Good morning, students. Today we are going to read the next chapter from our book. The name of the chapter is Three Questions. We will have the reading and explanation of the chapter. A thought came to the mind of a certain king. एक बार एक राजे के दिमाग 'ਚ ਇੱਕ ਗੱਲ ਆਉਂਦੀ ਹੈ. He thought he would never fail in anything if he knew three things. ਉਹਨੇ ਸੋਚਿਆ ਕਿ ਜੇ ਮੈਨੂੰ ਤਿੰਨ ਚੀਜ਼ਾਂ ਦੇ ਬਾਰੇ 'ਚ ਪਤਾ ਹੋਵੇ ਤਾਂ ਮੈਂ ਜ਼ਿੰਦਗੀ ਦੇ ਵਿੱਚ ਕਦੇ ਵੀ ਅਸਫਲ ਨਹੀਂ ਹੋਵਾਂਗਾ. ਉਹ ਤਿੰਨ ਚੀਜ਼ਾਂ ਕੀ ਨੇ ਬੇਟੇ? The right time for an action, ਕਿਸੇ ਕੰਮ ਨੂੰ ਕਰਨ ਦਾ ਸਹੀ ਸਮਾਂ ਕੀ ਹੋਣਾ ਚਾਹੀਦਾ ਹੈ. The right people to listen to, ਕਿਹੜੇ ਸਹੀ ਲੋਕ ਨੇ ਜਿਨ੍ਹਾਂ ਦੀ ਗੱਲ ਸੁਣੀ ਜਾਵੇ. The most important thing to do, ਔਰ ਤੀਜਾ ਸਵਾਲ ਹੈ ਕਿ ਸਭ ਤੋਂ ਇੰਪੋਰਟੈਂਟ ਕਿਹੜੀ ਕੰਮ ਹੁੰਦੇ ਨੇ ਜਿਹੜੇ ਇੱਕ ਰਾਜੇ ਨੂੰ ਕਰਨੇ ਚਾਹੀਦੇ. The most important question ਬਣਦਾ ਹੈਗਾ ਬੇਟੇ ਇੱਥੋਂ ਇਸ ਚੈਪਟਰ ਦਾ ਕਿ ਰਾਜੇ ਦੇ ਤਿੰਨ ਸਵਾਲ ਕੀ ਸੀ. ਤਾਂ ਰਾਜੇ ਦੇ ਤਿੰਨ ਸਵਾਲ ਨੇ ਬੇਟੇ, what is the right time, who are the right people, and what is the most important task. ਇੰਪੋਰਟੈਂਟ ਕੰਮ ਕਿਹੜਾ ਹੈ, ਇੰਪੋਰਟੈਂਟ ਲੋਕ ਕਿਹੜੇ ਨੇ ਤੇ ਸਹੀ ਸਮਾਂ ਕਿਹੜਾ ਹੁੰਦਾ ਹੈ. The king sent messengers throughout his kingdom. ਤਾਂ ਰਾਜੇ ਨੇ ਪੂਰੇ ਆਪਣੇ ਰਾਜ ਦੇ ਵਿੱਚ, ਕਿੰਗਡਮ ਦੇ ਵਿੱਚ ਸੁਨੇਹਾ ਭੇਜ ਦਿੱਤਾ. He promised a large sum of money to anyone who would answer these questions. ਕਿ ਉਹਨੇ ਕਿਹਾ ਕਿ ਇਹਨਾਂ ਸਵਾਲਾਂ ਦਾ ਜੋ ਕੋਈ ਜਵਾਬ ਦੇਵੇਗਾ ਉਹਨੂੰ ਕਾਫੀ ਸਾਰਾ ਪੈਸਾ ਇਨਾਮ ਦੇ ਵਿੱਚ ਮਿਲੇਗਾ. Many wise men came to the king with their answers. ਬਹੁਤ ਸਾਰੇ ਸਿਆਣੇ ਆਦਮੀ ਆਏ ਜਵਾਬ ਲੈ ਕੇ ਰਾਜੇ ਕੋਲ, but their answers were all different. ਪਰ ਸਾਰਿਆਂ ਦੇ ਜਵਾਬ ਅਲੱਗ-ਅਲੱਗ ਸੀ. In reply to the first question, some said the king must prepare a timetable. ਹੁਣ ਪਹਿਲਾ ਸਵਾਲ ਕੀ ਸੀ? ਪਹਿਲੇ ਸਵਾਲ ਦੇ ਵਿੱਚ ਕੀ ਸੀ ਕਿ ਰਾਈਟ ਟਾਈਮ ਕੀ ਹੈ ਕਿਸੇ ਕੰਮ ਨੂੰ ਕਰਨ ਦਾ. ਤਾਂ ਕੁਝ ਲੋਕਾਂ ਨੇ ਕਿਹਾ ਕਿ ਰਾਜੇ ਨੂੰ ਇੱਕ ਟਾਈਮ ਟੇਬਲ ਬਣਾ ਲੈਣਾ ਚਾਹੀਦਾ ਹੈ, ਫੋਲੋ ਇਟ ਸਟ੍ਰਿਕਟਲੀ, ਕਿ ਉਸ ਟਾਈਮ ਟੇਬਲ ਨੂੰ ਫੋਲੋ ਕਰਨਾ ਚਾਹੀਦਾ ਹੈ. Others said it was impossible to decide in advance the right time for everything. ਕੁਝ ਇੱਕ ਨੇ ਕਿਹਾ ਕਹਿੰਦੇ ਇਹ ਤਾਂ ਡਿਸਾਈਡ ਹੀ ਨਹੀਂ ਕੀਤਾ ਜਾ ਸਕਦਾ, ਇਹ ਅਸੰਭਵ ਹੈਗਾ ਇਹ ਜਾਣਨਾ ਕਿ ਸਹੀ ਸਮਾਂ ਕਿਹੜਾ ਹੁੰਦਾ ਕਿਸੇ ਕੰਮ ਨੂੰ ਕਰਨ ਦਾ. Therefore, king should notice everything, do whatever seemed necessary at that particular time. ਇਸ ਲਈ ਰਾਜੇ ਨੂੰ ਹਰ ਇੱਕ ਚੀਜ਼ ਧਿਆਨ 'ਚ ਰੱਖਣੀ ਚਾਹੀਦੀ ਹੈ ਤੇ ਜੋ ਉਹਨੂੰ ਇੱਕ ਖਾਸ ਸਮੇਂ ਦੇ ਉੱਪਰ ਚੀਜ਼ ਜ਼ਰੂਰੀ ਲੱਗੇ ਉਹ ਕੰਮ ਕਰ ਲੈਣਾ ਚਾਹੀਦਾ. Yet others said the king should have a council of wise men to tell him the right time for every action. ਕੁਝ ਇੱਕ ਨੇ ਇਹ ਕਿਹਾ ਕਿ ਰਾਜੇ ਕੋਲ ਸਿਆਣੇ ਲੋਕਾਂ ਦੀ ਇੱਕ ਕਮੇਟੀ ਹੋਣੀ ਚਾਹੀਦੀ ਹੈ, ਇੱਕ ਕੌਂਸਲ ਹੋਣੀ ਚਾਹੀਦੀ ਹੈ, ਇੱਕ ਸਭਾ ਹੋਣੀ ਚਾਹੀਦੀ ਹੈ ਜਿਸ ਕੁਝ ਵਾਈਜ਼ ਮੈਨ ਸਿਆਣੇ ਲੋਕ ਹੋਣ ਜਿਹੜੇ ਉਹਨੂੰ ਕਿਸੇ ਵੀ ਕੰਮ ਨੂੰ ਕਰਨ ਦਾ ਸਹੀ ਸਮਾਂ ਦੱਸ ਦੇ. Some others said the king must have magicians. ਕੁਝ ਇੱਕ ਨੇ ਕਿਹਾ ਕਹਿੰਦੇ ਰਾਜੇ ਨੂੰ ਆਪਣੇ ਕੋਲ ਜਾਦੂਗਰ ਰੱਖਣੇ ਚਾਹੀਦੇ ਨੇ. ਮੈਜੀਸ਼ੀਅਨਸ ਬੇਟੇ ਜਾਦੂਗਰ. Only magicians could look into the future. ਸਿਰਫ ਮੈਜੀਸ਼ੀਅਨ ਜਿਹੜੇ ਨੇਗੇ ਉਹ ਭਵਿੱਖ ਦੇ ਵਿੱਚ ਦੇਖ ਸਕਦੇ ਨੇ and tell the right time for an action, ਤੇ ਜੋ ਰਾਈਟ ਟਾਈਮ ਹੈ ਕਿਸੇ ਕੰਮ ਨੂੰ ਕਰਨ ਦਾ ਉਹ ਦੱਸ ਸਕਦੇ. ਤੇ ਇਹਦਾ ਮਤਲਬ ਬੇਟੇ ਹਰ ਇੱਕ ਨੇ ਅਲੱਗ-ਅਲੱਗ ਜਿਹੜੇ ਸੀਗੇ ਜਵਾਬ ਦਿੱਤੇ. Equally different were the answers to the second question. ਇਸੇ ਤਰੀਕੇ ਨਾਲ second question ਕੀ ਸੀ ਕਿ who are the important people to listen to, ਕਿ ਉਹ important ਲੋਕ ਕਿਹੜੇ ਨੇ ਜਿਨ੍ਹਾਂ ਦੀ ਗੱਲ ਸੁਣੀ ਜਾਵੇ. ਇਹਦਾ ਵੀ ਜਵਾਬ ਸਾਰੇ ਪਾਸਿਆਂ ਸਭ ਨੇ ਅਲੱਗ-ਅਲੱਗ ਦਿੱਤਾ. Some said right people for king to listen were to his advisors. ਕੁਝ ਇੱਕ ਨੇ ਕਿਹਾ ਕਿ right people ਉਹ ਨੇਗੇ ਜੋ ਕਿ ਰਾਜੇ ਦੇ ਐਡਵਾਈਜ਼ਰ ਹੁੰਦੇ ਨੇ, ਸਲਾਹਕਾਰ ਹੁੰਦੇ ਨੇ, ਉਹਨਾਂ ਦੀ ਹੀ ਗੱਲ ਸੁਣਨੀ ਚਾਹੀਦੀ ਹੈ. Others said his soldiers were most important for him. ਕੁਝ ਇੱਕ ਨੇ ਕਿਹਾ ਕਿ ਸਿਪਾਹੀ ਜ਼ਿਆਦਾ ਇੰਪੋਰਟੈਂਟ ਹੁੰਦੇ ਨੇਗੇ and so on. ਤੇ ਏਦਾਂ ਹੀ ਅਲੱਗ-ਅਲੱਗ ਜਵਾਬ ਸੀ. To the third question, some said the most important thing was science. ਤੀਸਰਾ ਕੁਐਸਚਨ, ਤੀਜਾ ਕੁਐਸਚਨ ਰਾਜੇ ਦਾ ਸੀਗਾ ਕਿ which is the most important task, most important thing to do, ਸਭ ਤੋਂ ਇੰਪੋਰਟੈਂਟ ਕੰਮ ਕਿਹੜਾ ਜਿਹੜਾ ਕੀਤਾ ਜਾਵੇ. ਹੁਣ ਕੁਝ ਇੱਕ ਨੇ ਕਿਹਾ ਕਹਿੰਦੇ ਸਾਇੰਸ ਦੇ ਵਿੱਚ ਕੰਮ ਕਰਨਾ ਚਾਹੀਦਾ ਹੈ ਰਾਜੇ ਨੂੰ. Others said it was warfare. ਕੁਝ ਇੱਕ ਨੇ ਕਿਹਾ ਕਿ ਨਹੀਂ ਰਾਜੇ ਨੂੰ ਯੁੱਧ ਕਰਨੇ ਚਾਹੀਦੇ ਨੇ. Still others said it was religious worship. ਕੁਝ ਇੱਕ ਨੇ ਕਿਹਾ ਕਿ ਨਹੀਂ ਰਾਜੇ ਨੂੰ ਧਾਰਮਿਕ ਪੂਜਾ ਪਾਠ ਕਰਨਾ ਚਾਹੀਦਾ ਹੈ. All the answers were so different that the king was not satisfied. ਰਾਜਾ ਕਿਸੇ ਵੀ
जवाब दे नाल संतुष्ट नहीं होया। क्यों? क्योंकि सारे दे सारे जवाब जिहड़े सीगे वो अलग अलग सी। He gave no one any reward, इसलिए किसी ਨੂੰ भी कोई इनाम नहीं मिलिया। Now he decided to seek the advice of a certain hermit who was known for his wisdom. ਹੁਣ ਉਹਨੇ ਡਿਸਾਈਡ ਕੀਤਾ ਕਿ ਮੈਂ ਇੱਕ ਹਰਮਿਟ ਹੁੰਦਾ ਬੇਟੇ ਸੰਨਿਆਸੀ, ਠੀਕ ਹੈ, ਜੋ ਦੁਨੀਆ ਤੋਂ ਅਲੱਗ ਰਹਿੰਦੇ ਨੇਗੇ, ਪੂਜਾ ਪਾਠ ਕਰਦੇ ਨੇ ਤੇ ਆਪਣੀ ਇੱਕ ਅਲੱਗ ਜ਼ਿੰਦਗੀ ਜਿਉਂਦੇ ਨੇ, ਉਹਨਾਂ ਨੂੰ ਸੰਨਿਆਸੀ ਕਿਹਾ ਜਾਂਦਾ ਹੈ। who was known for his wisdom, ਤੇ ਇਸ ਹਰਮਿਟ ਨੂੰ ਸਾਰੇ ਕਿਤੇ ਇਹਦੀ ਬੁੱਧੀਮਾਨੀ ਦੇ ਲਈ ਜਾਣਿਆ ਜਾਂਦਾ ਸੀ। ਤਾਂ ਰਾਜੇ ਨੇ ਫੈਸਲਾ ਕਿਉਂ ਲਿਆ ਬੇਟੇ? ਕਿਉਂਕਿ ਉਹਨੂੰ ਕਿਤੋਂ ਵੀ ਸਹੀ ਜਵਾਬ ਨਹੀਂ ਮਿਲਿਆ। He was not satisfied with the answers given by the different people, so he decided to seek the advice of the hermit. This hermit lived in a wood. ਇਹ hermit ਇੱਕ ਜੰਗਲ ਦੇ ਵਿੱਚ ਰਹਿੰਦਾ ਸੀ, which he never left, ਤੇ ਕਦੇ ਵੀ ਸੰਨਿਆਸੀ ਜੰਗਲ ਤੋਂ ਬਾਹਰ ਨਹੀਂ ਸੀ ਆਉਂਦਾ। He met none but common people, ਤੇ ਉਹ ਕਿਸੇ ਨੂੰ ਮਿਲਦਾ ਵੀ ਨਹੀਂ ਸੀਗਾ, ਸਿਰਫ ਆਮ ਲੋਕਾਂ ਨੂੰ ਮਿਲਦਾ ਸੀਗਾ। So the king put on very simple clothes, ਇਸ ਲਈ ਰਾਜੇ ਨੇ ਆਪਣਾ ਫੇਸ ਵਟਾਇਆ, ਉਹਨੇ ਆਮ ਆਦਮੀ ਦੇ ਕੱਪੜੇ ਪਾਏ, ਰਾਜਿਆਂ ਵਾਲਾ ਸ਼ਾਹੀ ਲਿਬਾਸ ਉਤਾਰ ਦਿੱਤਾ, ਸਿੰਪਲ ਕੱਪੜੇ ਪਾਏ। But before reaching the hermit's hut, he got off his horse. ਹਰਮਿਟ ਦੀ ਝੌਂਪੜੀ ਕੋਲੇ ਪਹੁੰਚਣ ਤੋਂ ਪਹਿਲਾਂ ਉਹ ਆਪਣੇ ਘੋੜੇ ਤੋਂ ਵੀ ਉਤਰ ਗਿਆ, ਕਿਉਂਕਿ ਉਹ ਨਹੀਂ ਸੀ ਚਾਹੁੰਦਾ ਕਿ ਹਰਮਿਟ ਨੂੰ ਪਤਾ ਲੱਗੇ ਕਿ ਇਹ ਰਾਜਾ ਹੈਗਾ। He left the horse with his bodyguard and went on alone. ਉਹਨੇ ਆਪਣਾ ਘੋੜਾ bodyguard ਕੋਲੇ ਛੱਡ ਦਿੱਤਾ ਤੇ ਆਪ ਇਕੱਲਾ ਤੁਰ ਪਿਆ। As the king came near the hermit's hut, he saw the hermit digging the ground in front of his hut. ਹੁਣ ਜਦੋਂ ਰਾਜਾ ਹਰਮਿਟ ਦੀ ਹੱਟ ਕੋਲ ਆਇਆ, ਉਹਦੀ ਝੌਂਪੜੀ ਕੋਲ ਆਇਆ, ਤਾਂ ਉਹਨੇ ਦੇਖਿਆ ਕਿ ਹਰਮਿਟ ਜਿਹੜਾ ਸੀ ਆਪਣੀ ਝੌਂਪੜੀ ਦੇ ਸਾਹਮਣੇ ਜ਼ਮੀਨ ਨੂੰ ਪੁੱਟ ਰਿਹਾ ਸੀ, ਜ਼ਮੀਨ ਨੂੰ ਖੋਦ ਰਿਹਾ ਸੀ, digging the ground. The hermit greeted the king and continued digging. ਜਦੋਂ ਰਾਜਾ ਆ ਗਿਆ ਕੋਲ, ਹਰਮਿਟ ਨੇ ਉਹਦਾ ਵੈਲਕਮ ਕੀਤਾ, ਉਹਦਾ ਸਵਾਗਤ ਕੀਤਾ ਤੇ ਆਪਣਾ ਜਿਹੜਾ ਕੰਮ ਸੀਗਾ ਉਹ ਕਰਦਾ ਰਿਹਾ, ਕਹੀ ਚਲਾਉਂਦਾ ਰਿਹਾ। ਹਰਮਿਟ was old and weak. ਇਹ ਸੰਨਿਆਸੀ ਬੁੱਢਾ ਸੀ ਤੇ ਕਾਫੀ ਕਮਜ਼ੋਰ ਸੀ। As he worked, he breathed heavily. ਜਦੋਂ ਉਹ ਕੰਮ ਕਰ ਰਿਹਾ ਸੀ ਤਾਂ ਉਹ ਬੜੇ ਔਖੇ ਔਖੇ ਸਾਹ ਲੈ ਰਿਹਾ ਸੀ, ਉਹਦਾ ਸਾਹ ਚੜਿਆ ਹੋਇਆ ਸੀ। The king went up to the hermit and said, ਰਾਜਾ ਸੰਨਿਆਸੀ ਦੇ ਕੋਲ ਗਿਆ ਤੇ ਕਿਹਾ, Oh wise hermit, ਉਹ ਸਿਆਣੇ ਸੰਨਿਆਸੀ, I have come to know from you the answers to 3 questions. ਮੈਂ 3 ਸਵਾਲਾਂ ਦੇ ਜਵਾਬ ਤੇਰੇ ਕੋਲੋਂ ਲੈਣ ਦੇ ਲਈ ਆਇਆ। How can I learn to do the right thing at the right time? ਮੈਨੂੰ ਦੱਸ, ਸਹੀ ਕੰਮ ਸਹੀ ਸਮੇਂ ਦੇ ਉੱਪਰ ਕਿਵੇਂ ਕਰਾਂ? Who are the most important people for me? ਤੇ ਇੱਕ ਰਾਜਾ ਹੋਣ ਦੇ ਨਾਤੇ ਮੇਰੇ ਲਈ ਸਭ ਤੋਂ ਇੰਪੋਰਟੈਂਟ ਲੋਕ ਕੌਣ ਨੇ? And what affairs need my first attention? ਤੇ ਕਿਹੜੇ ਕੰਮ ਨੇ ਜਿਨ੍ਹਾਂ ਨੂੰ ਮੈਂ ਪਹਿਲ ਦੇ ਆਧਾਰ ਤੇ ਕਰਾਂ? The hermit listened to the king but said nothing. Hermit ਰਾਜੇ ਦੀ ਗੱਲ ਨੂੰ ਸੁਣਦਾ ਰਿਹਾ ਪਰ ਉਹਨੇ ਕੁਝ ਨਹੀਂ ਕਿਹਾ। He went on digging. ਉਹ ਆਪਣੀ ਜ਼ਮੀਨ ਨੂੰ ਖੋਦਦਾ ਰਿਹਾ। You are tired, said the king. ਰਾਜੇ ਨੇ ਕਿਹਾ, ਤਾਂ ਤੂੰ ਥੱਕਿਆ ਹੋਇਆਗਾ। Let me have the spade and dig for you. ਤਾਂ ਰਾਜੇ ਨੇ ਕਿਹਾ, ਕਹਿੰਦਾ ਤੂੰ ਥੱਕਿਆ ਹੋਇਆਗਾ, ਮੈਨੂੰ ਕਹੀ ਦੇ ਦੇ ਤੇ ਮੈਂ ਤੇਰੇ ਲਈ ਇਹ ਖੁਦਾਈ ਦਾ ਕੰਮ ਕਰ ਦਿੰਦਾ। Thanks, said the hermit. Hermit ਨੇ ਧੰਨਵਾਦ ਕਿਹਾ। He gave his spade to the king and sat down on the ground. ਉਹਨੇ ਰਾਜੇ ਨੂੰ ਕਹੀ ਫੜਾ ਦਿੱਤੀ, ਠੀਕ ਹੈ, ਤੇ ਆਪ ਜ਼ਮੀਨ ਤੇ ਬੈਠ ਗਿਆ। When the king had dug 2 beds, ਰਾਜੇ ਨੇ 2 ਕਿਆਰੀਆਂ ਗੁੱਡ ਦਿੱਤੀਆਂ, 2 ਕਿਆਰੀਆਂ ਦੀ ਖੁਦਾਈ ਕਰਤੀ। He stopped, ਉਹ ਰੁਕ ਗਿਆ। Repeated his questions, ਤੇ ਉਹਨੇ ਆਪਣੇ ਸਵਾਲ ਦੁਹਰਾਏ। Still the hermit gave no answer, ਪਰ hermit ਨੇ ਕੋਈ ਜਵਾਬ ਨਹੀਂ ਦਿੱਤਾ। He stood up, ਉਹ ਖੜਾ ਹੋ ਗਿਆ। Stretched out his hand for the spade, ਆਪਣਾ ਹੱਥ ਅੱਗੇ ਫੈਲਾ ਕੇ ਕਹੀ ਰਾਜੇ ਕੋਲੋਂ ਮੰਗ ਲਈ। Said to the king, ਤੇ ਰਾਜੇ ਨੂੰ ਕਿਹਾ, You can rest for a while, let me work. ਕਹਿੰਦਾ ਹੁਣ ਤੁਸੀਂ ਥੋੜੀ ਦੇਰ ਆਰਾਮ ਕਰੋ ਤੇ ਮੈਨੂੰ ਕੰਮ ਕਰਨ ਦਿਓ। ਦੇਖੋ ਬੇਟਾ, in this picture you can see ਕਿ ਰਾਜਾ ਜਿਹੜਾ ਹੈ ਆ ਸੰਨਿਆਸੀ ਹੈਗਾ, ਠੀਕ ਹੈ, ਤਾਂ ਇਹਨੂੰ ਸਪੇਡ ਕਹਿੰਦੇ ਨੇ, ਕਹੀ ਕਹਿ ਲਈਏ ਆਪਾਂ, ਠੀਕ ਹੈ, ਉਹਦੇ ਨਾਲ ਉਹ ਜ਼ਮੀਨ ਨੂੰ ਪੁੱਟ ਰਿਹਾ ਹੈ। But the king didn't give him the spade. ਪਰ ਰਾਜੇ ਨੇ ਕਹੀ ਬੁੱਢੇ ਸੰਨਿਆਸੀ ਨੂੰ ਨਹੀਂ ਦਿੱਤੀ। He continued digging for a long time. ਉਹ ਕਾਫੀ ਲੰਬਾ ਸਮਾਂ ਖੁਦਾਈ ਕਰਦਾ ਰਿਹਾ। The sun had gone down behind the trees. ਸ਼ਾਮ ਹੋ ਗਈ, ਸੂਰਜ ਦਰਖਤਾਂ ਦੇ ਪਿੱਛੇ ਛੁਪ ਗਿਆ। At last the king stuck the spade into the ground. ਤੇ finally ਰਾਜੇ ਨੇ ਕਹੀ ਨੂੰ ਜ਼ਮੀਨ ਦੇ ਵਿੱਚ ਰੱਖ ਦਿੱਤਾ।
and said, "Oh, wise hermit, I came to you to know the answers to my questions." ਕਹਿੰਦਾ ਉਹ ਸਿਆਣੇ ਸੰਨਿਆਸੀ, ਮੈਂ ਤੇਰੇ ਕੋਲ ਆਪਣੇ ਸਵਾਲਾਂ ਦੇ ਜਵਾਬ ਲੈਣ ਲਈ ਆਇਆ ਸੀ। If you have none to give, please tell me so. ਕਹਿੰਦਾ ਜੇ ਤੇਰੇ ਕੋਲ ਮੇਰੇ ਸਵਾਲਾਂ ਦੇ ਜਵਾਬ ਨਹੀਂ ਹੈਗੇ, ਪਲੀਜ਼ ਤੂੰ ਮੈਨੂੰ ਦੱਸ ਦੇ। I will go back home. It is getting late. ਤਾਂ ਮੈਂ ਆਪਣੇ ਘਰ ਚਲਾ ਜਾਵਾਂ, ਹਨੇਰਾ ਹੋ ਰਿਹਾ ਹੈ। Here comes someone running, said the hermit. ਹਰਮਿਟ ਨੇ ਉਹਦੀ ਕੋਈ ਗੱਲ ਸੁਣਨ ਦੀ ਜਾਂ ਉਹਦੀ ਕਿਸੇ ਗੱਲ ਦਾ ਜਵਾਬ ਦੇਣ ਦੀ ਬਜਾਏ ਕਿਹਾ, ਦੇਖੋ ਕਹਿੰਦਾ ਉਧਰ ਨੂੰ ਕੋਈ ਦੌੜਦਾ ਹੋਇਆ ਆਪਣੇ ਵੱਲ ਨੂੰ ਆ ਰਿਹਾ। The king turned round and saw a bearded man running towards them. ਦੇਖੋ ਬੇਟੇ ਪਿਛਲੀ ਪਿਕ ਦੇ ਵਿੱਚ ਆ ਦੇਖੋ ਇੱਕ ਪਰਸਨ ਹੈਗਾ, ਠੀਕ ਹੈ, ਤਾਂ ਉਹ ਇਹਨਾਂ ਵੱਲ ਨੂੰ ਆ ਰਿਹਾ ਹੈ। So king turned around, राजा ने मुड़ के देखा, he saw a bearded man running towards them. एक दाढ़ी वाला आदमी, bearded बेटे दाढ़ी वाला आदमी ਉਹਨਾਂ ਵੱਲ ਨੂੰ ਭੱਜਿਆ ਆ ਰਿਹਾ ਸੀ। His hands were pressed against his stomach from which blood was flowing. ਤੇ ਉਹਦੇ ਹੱਥ ਉਹਨੇ ਆਪਣੇ ਪੇਟ ਦੇ ਉੱਪਰ ਰੱਖੇ ਹੋਏ ਸੀ, ਕੱਸ ਕੇ, ਪ੍ਰੈਸਡ ਹੁੰਦਾ ਹੈਗਾ ਬੇਟੇ, ਕੱਸ ਕੇ ਆਪਣੇ ਹੱਥਾਂ ਨੂੰ ਪੇਟ ਤੇ ਰੱਖਿਆ ਹੋਇਆ ਸੀ ਤੇ ਇਹਦੇ ਵਿੱਚੋਂ ਖੂਨ ਡਿੱਗ ਰਿਹਾ ਸੀ। ਤਾਂ ਹੱਥਾਂ ਦੇ ਵਿੱਚੋਂ ਉਂਗਲਾਂ ਦੇ ਵਿੱਚੋਂ ਖੂਨ ਡਿੱਗ ਰਿਹਾ ਸੀ। When he reached the king, he fainted and fell to the ground. ਜਦੋਂ ਉਹ ਰਾਜੇ ਕੋਲ ਪਹੁੰਚਿਆ, ਉਹ ਬੇਹੋਸ਼ ਹੋ ਗਿਆ ਤੇ ਜ਼ਮੀਨ ਤੇ ਡਿੱਗ ਪਿਆ। King and the hermit removed the man's clothing and found a large wound in his stomach. ਰਾਜੇ ਤੇ ਸੰਨਿਆਸੀ ਨੇ ਉਸ ਆਦਮੀ ਦੇ ਫਟਾਫਟ ਕੱਪੜੇ ਖੋਲੇ ਤੇ ਦੇਖਿਆ ਕਿ ਉਹਦੇ ਪੇਟ ਦੇ ਵਿੱਚ ਇੱਕ ਵੱਡਾ ਜ਼ਖਮ ਸੀ। The king washed and covered the wound with his handkerchief. ਰਾਜੇ ਨੇ ਜ਼ਖਮ ਨੂੰ ਧੋਤਾ ਤੇ ਆਪਣੇ ਰੁਮਾਲ ਦੇ ਨਾਲ ਕਵਰ ਕਰਤਾ, ਬੰਦ ਦਿੱਤਾ। But the blood would not stop flowing. ਪਰ ਖੂਨ ਰੁਕ ਨਹੀਂ ਸੀ ਰਿਹਾ। King dressed the wound again and again. ਰਾਜਾ ਬਾਰ-ਬਾਰ ਜ਼ਖਮ ਦੇ ਉੱਪਰ ਪੱਟੀਆਂ ਕਰ ਰਿਹਾ ਸੀ। At last the bleeding stopped. ਤੇ finally ਜੋ ਖੂਨ ਨਿਕਲਣਾ ਸੀ ਉਹ ਬੰਦ ਹੋ ਗਿਆ। The man felt better and asked for something to drink. ਹੁਣ ਉਹ ਆਦਮੀ ਥੋੜਾ ਜਿਹਾ ਬਿਹਤਰ ਮਹਿਸੂਸ ਕਰ ਰਿਹਾ ਸੀ ਤੇ ਉਹਨੇ ਕੁਝ ਪੀਣ ਲਈ ਮੰਗਿਆ। The king brought fresh water and gave it to him. ਰਾਜਾ ਤਾਜ਼ਾ ਪਾਣੀ ਲੈ ਕੇ ਆਇਆ ਤੇ ਉਸ ਆਦਮੀ ਨੂੰ ਦਿੱਤਾ। By this time the sun had set and the air was cool. ਹੁਣ ਦੇ ਸਮੇਂ ਤੱਕ ਸੂਰਜ ਛੁਪ ਚੁੱਕਾ ਸੀ ਤੇ ਹਵਾ ਠੰਡੀ ਹੋ ਗਈ ਸੀ। King and the hermit carried the wounded man into the hut and laid him on the bed. ਰਾਜਾ ਤੇ ਸੰਨਿਆਸੀ ਜ਼ਖਮੀ ਆਦਮੀ ਨੂੰ ਝੌਂਪੜੀ ਦੇ ਅੰਦਰ ਲੈ ਆਏ ਤੇ ਉਹਨੂੰ ਬਿਸਤਰ ਦੇ ਉੱਪਰ ਲਿਟਾ ਦਿੱਤਾ। The man closed his eyes and lay quiet. ਆਦਮੀ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਅਤੇ ਸ਼ਾਂਤ ਲੇਟ ਗਿਆ। King was feeling tired by the day's digging. He lay down on the floor and slept all night. ਰਾਜਾ ਵੀ ਦਿਨ ਭਰ ਦੀ ਮਿਹਨਤ ਤੋਂ ਬਾਅਦ ਥੱਕ ਗਿਆ ਸੀ। ਉਹ ਵੀ ਫਰਸ਼ ਦੇ ਉੱਪਰ ਹੀ ਪੈ ਗਿਆ ਤੇ ਸੌਂ ਗਿਆ। When he awoke, he saw the bearded man looking at him. ਜਦੋਂ ਉਹ ਜਾਗਿਆ ਤਾਂ ਦਾੜੀ ਵਾਲਾ ਆਦਮੀ ਉਹਦੇ ਵੱਲ ਨੂੰ ਦੇਖ ਰਿਹਾ ਸੀ। Forgive me. ਮੈਨੂੰ ਮਾਫ ਕਰ ਦਿਓ, said the bearded man in a weak voice. ਤੇ ਉਸ ਦਾੜੀ ਵਾਲੇ ਆਦਮੀ ਨੇ ਬੜੀ ਹੌਲੀ ਆਵਾਜ਼ ਦੇ ਵਿੱਚ ਕਿਹਾ, ਮੈਨੂੰ ਮਾਫ ਕਰ ਦਿਓ। I do not know you and there is nothing to forgive for you, said the king. ਰਾਜਾ ਕਹਿੰਦਾ, ਮੈਂ ਤੈਨੂੰ ਜਾਣਦਾ ਨਹੀਂ ਹੈਗਾ ਤੇ ਮਾਫੀ ਮੰਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਤੂੰ ਕਾਹਦੇ ਲਈ ਮਾਫੀਆਂ ਮੰਗ ਰਹੀ ਹੈ ਮੇਰੇ ਤੋਂ? You do not know me, but I know you, said the bearded man. Bearded man ਨੇ ਕਿਹਾ, ਕਹਿੰਦਾ ਤੁਸੀਂ ਮੈਨੂੰ ਨਹੀਂ ਜਾਣਦੇ ਪਰ ਮੈਂ ਤੁਹਾਨੂੰ ਜਾਣਦਾ। I am an enemy of yours. ਮੈਂ ਤੁਹਾਡਾ ਇੱਕ ਦੁਸ਼ਮਣ ਹਾਂ। I had sworn to have revenge on you. ਮੈਂ ਤੁਹਾਡੇ ਤੋਂ ਬਦਲਾ ਲੈਣ ਦੀ ਕਸਮ ਖਾਧੀ ਸੀ। ਸਵਰਨ ਹੁੰਦਾ ਬੇਟੇ ਸਵੀਅਰ, ਸਵੀਅਰ ਦੀ ਫਾਰਮ ਹੈਗੀ ਹੈ ਥਰਡ, ਸਵੀਅਰ, ਸਵੋਰ, ਸਵਰਨ। ਸਵੀਅਰ ਹੁੰਦਾ ਹੈਗਾ ਕਸਮ ਖਾਣੀ, ਰਿਵੈਂਜ ਬਦਲਾ। Because you put my brother to death and seized our property. ਕਿਉਂਕਿ ਤੁਸੀਂ ਮੇਰੇ ਭਰਾ ਨੂੰ ਮੌਤ ਦਿੱਤੀ ਸੀ, ਮੇਰੇ ਭਰਾ ਨੂੰ ਮੌਤ ਦੀ ਸਜ਼ਾ ਤੁਸੀਂ ਦਿੱਤੀ ਸੀ ਤੇ ਸਾਡੀ ਸਾਰੀ ਪ੍ਰਾਪਰਟੀ ਜਿਹੜੀ ਸੀ ਤੁਸੀਂ ਜ਼ਬਤ ਕਰ ਲਈ ਸੀ, ਉੱਤੇ ਕਬਜ਼ਾ ਕਰ ਲਿਆ ਸੀ। I knew you had come here. ਮੈਨੂੰ ਪਤਾ ਸੀ ਕਿ ਤੁਸੀਂ ਇੱਥੇ ਜੰਗਲ ਦੇ ਵਿੱਚ ਆਏ। I had made up my mind to kill you on your way back. ਤਾਂ ਮੈਂ ਮਨ ਬਣਾ ਚੁੱਕਿਆ ਸੀ ਕਿ ਜਦੋਂ ਤੁਸੀਂ ਵਾਪਸ ਮੁੜੋਗੇ ਜੰਗਲ ਦੇ ਵਿੱਚੋਂ ਤਾਂ ਤੁਹਾਨੂੰ ਵਾਪਸੀ ਤੇ ਮਾਰ ਦੇਵਾਂਗਾ। But the day passed and you didn't return. ਪਰ ਦਿਨ ਲੰਘ ਗਿਆ, ਤੁਸੀਂ ਵਾਪਸ ਨਹੀਂ ਆਏ, ਸ਼ਾਮ ਹੋ ਗਈ। When I came out of my hiding place, your bodyguard recognized me and wounded me. ਤੇ ਮੈਂ ਜਿੱਥੇ ਛੁਪਿਆ ਹੋਇਆ ਸੀ, ਜਦੋਂ ਮੈਂ ਛੁਪਣ ਵਾਲੀ ਜਗ੍ਹਾ ਤੋਂ ਬਾਹਰ ਆਇਆ, ਤੁਹਾਡੇ ਬਾਡੀਗਾਰਡ ਨੇ ਮੈਨੂੰ ਪਹਿਚਾਣ ਲਿਆ ਤੇ ਉਹਨੇ ਮੇਰੇ ਤੇ ਹਮਲਾ ਕਰ ਦਿੱਤਾ, ਮੈਂ ਜ਼ਖਮੀ ਹੋ ਗਿਆ।
I escaped from him, but I would have died if you had not dressed my wounds. मैं ਉਦੋਂ ਤਾਂ ਬਚ ਕੇ ਨਿਕਲ ਆਇਆ ਪਰ ਮੈਂ ਮਰ ਜਾਂਦਾ ਜੇ ਤੁਸੀਂ ਮੇਰੇ ਜ਼ਖਮਾਂ ਦਾ ਇਲਾਜ ਨਾ ਕਰਦੇ। I wished to kill you, but you have saved my life. मैं ਤੁਹਾਨੂੰ ਮਾਰਨ ਦੀ ਇੱਛਾ ਰੱਖਦਾ ਸੀ ਪਰ ਤੁਸੀਂ ਤਾਂ ਮੇਰੀ ਜ਼ਿੰਦਗੀ ਬਚਾ ਲਈ। Now if I alive, I will serve you as your most faithful servant. ਤੇ ਹੁਣ ਜੇ ਮੈਂ ਜਿਉਂਦਾ ਰਿਹਾ ਤਾਂ ਮੈਂ ਤੁਹਾਡਾ ਸਭ ਤੋਂ ਵਫਾਦਾਰ ਨੌਕਰ ਬਣ ਕੇ ਤੁਹਾਡੇ ਨਾਲ ਰਹਿਣਾ ਚਾਹਾਂਗਾ, ਤੁਹਾਡੀ ਸੇਵਾ ਕਰਨਾ ਚਾਹਾਂਗਾ। ਪਲੀਜ਼ ਫॉरगिव ਮੀ, ਕਿਰਪਾ ਕਰਕੇ ਮੈਨੂੰ ਮਾਫ ਕਰ ਦਿਓ। The king was very happy to have won an enemy so easily as a friend. ਰਾਜਾ ਬੜਾ ਖੁਸ਼ ਹੋਇਆ ਕਿ ਉਹਨੇ ਤਾਂ ਆਪਣੇ ਇੱਕ ਦੁਸ਼ਮਣ ਦੇ ਉੱਪਰ ਜਿੱਤ ਪ੍ਰਾਪਤ ਕਰ ਲਈ ਹੈਗੀ ਔਰ ਬੜਾ ਈਜ਼ੀਲੀ। He forgave him and said that he would send his own doctor to look after him. ਰਾਜੇ ਨੇ ਉਸ ਆਦਮੀ ਨੂੰ ਮਾਫ ਕਰ ਦਿੱਤਾ ਤੇ ਕਿਹਾ ਕਿ ਮੈਂ ਆਪਣੇ ਜੋ ਸ਼ਾਹੀ ਡਾਕਟਰ ਹੈ, ਜੋ ਸ਼ਾਹੀ ਹਕੀਮ ਹੈ, ਉਹਨੂੰ ਭੇਜਾਂਗਾ ਕਿ ਉਹ ਤੇਰੀ ਦੇਖਭਾਲ ਕਰੇ, ਜਲਦੀ ਠੀਕ ਹੋ ਜਾਏ। He also promised to give him back his property. ਉਹਨੇ ਇਹ ਵੀ ਪ੍ਰੋਮਿਸ ਕੀਤਾ ਰਾਜੇ ਨੇ ਕਿ ਤੇਰੀ ਪ੍ਰਾਪਰਟੀ ਵੀ ਤੈਨੂੰ ਵਾਪਸ ਕਰ ਦੇਵਾਂਗਾ। Leaving the wounded man, the king went out of the hut. ਜ਼ਖਮੀ ਆਦਮੀ ਨੂੰ ਅੰਦਰ ਛੱਡ ਕੇ ਕਿ ਜੋ ਲੇਟਿਆ ਹੋਇਆ ਹੈਗਾ ਉਹ ਪਿਆ ਹੈਗਾ। The king ਹਟ ਦੇ ਵਿੱਚੋਂ ਬਾਹਰ ਆ ਗਿਆ। He looked around for the hermit. ਉਹ ਆਲੇ ਦੁਆਲੇ ਦੇਖ ਰਿਹਾ ਸੀਗਾ ਕਿ ਮੈਂ hermit ਨੂੰ ਦੇਖਾਂ ਕਿੱਥੇ ਹੈਗਾ। Before going back, he wished once more to ask the hermit for answers to his questions. ਜਾਣ ਤੋਂ ਪਹਿਲਾਂ ਉਹ ਚਾਹੁੰਦਾ ਸੀ ਇੱਕ ਵਾਰ ਫਿਰ hermit ਨੂੰ ਪੁੱਛ ਲਵਾਂ, ਆਪਣੇ ਸਵਾਲ ਦੁਹਰਾ ਕੇ ਦੇਖ ਲਵਾਂ, ਸ਼ਾਇਦ ਕੋਈ ਆਨਸਰ ਮਿਲੇ। Hermit was sowing seeds in the beds that had been dug the day before. ਤਾਂ hermit ਉਹਨੇ ਦੇਖਿਆ ਜਿਹੜੀਆਂ ਕਿਆਰੀਆਂ ਇੱਕ ਦਿਨ ਪਹਿਲਾਂ ਤਿਆਰ ਕੀਤੀਆਂ ਸੀਗੀਆਂ, ਉਹਨਾਂ ਦੇ ਵਿੱਚ ਬੀਜ ਬੀਜ ਰਿਹਾ ਸੀ, sowing seeds. The king went up to the hermit and said, "Oh wise hermit, for the last time I beg you to answer my questions." ਤਾਂ king hermit ਕੋਲੇ ਗਿਆ ਤੇ ਉਹਨੂੰ ਕਹਿ ਰਿਹਾ ਹੈਗਾ, ਕਹਿੰਦਾ ਉਹ wise hermit, ਆਖਰੀ ਵਾਰ ਮੈਂ ਆਪਣੇ ਸਾਰੇ ਸਵਾਲ ਤੇਰੇ ਕੋਲੋਂ ਦੁਹਰਾ ਰਿਹਾ ਹਾਂ, ਉਹਨਾਂ ਦੇ ਜਵਾਬ ਪੁੱਛਦਾ। Your questions have already been answered, said the hermit. hermit ਕਹਿੰਦਾ ਤੈਨੂੰ ਤੇਰੇ ਸਵਾਲਾਂ ਦੇ ਜਵਾਬ already ਮਿਲ ਚੁੱਕੇ ਨੇਗੇ, ਤੇਰੇ ਸਵਾਲਾਂ ਦੇ ਉੱਤਰ ਤੈਨੂੰ ਮਿਲ ਚੁੱਕੇ ਨੇ। Have been answered? What do you mean? said the king. king ਕਹਿੰਦਾ ਮੇਰੇ ਸਵਾਲਾਂ ਦੇ ਜਵਾਬ ਮਿਲ ਚੁੱਕੇ ਨੇ। ਦੇਖੋ ਬੇਟਾ ਸਾਈਨ ਆਫ ਐਕਸਕਲੇਮੇਸ਼ਨ ਲੱਗਿਆ ਤੇ ਇਹਦਾ ਮਤਲਬ ਹੈਰਾਨ ਹੋ ਕੇ ਕਹਿ ਰਹੇ। What do you mean? ਤੁਹਾਡਾ ਕੀ ਮੀਨਿੰਗ ਹੈ? Yes, look here, replied the hermit. hermit ਨੇ ਜਵਾਬ ਦਿੱਤਾ, ਹਾਂ ਕਹਿੰਦਾ ਹੁਣ ਸੁਣ ਮੇਰੀ ਗੱਲ। If you had not helped me yesterday, had not dug these beds for me, you would have gone away. ਹੁਣ ਜੇ ਤੂੰ ਕੱਲ ਮੇਰੀ ਇੱਥੇ ਹੈਲਪ ਨਾ ਕਰ ਰਿਹਾ ਹੁੰਦਾ, ਠੀਕ ਹੈ, ਕੱਲ ਤੂੰ ਮੇਰੀ ਹੈਲਪ ਕੀਤੀ, ਤੂੰ ਸ਼ਾਮ ਤੱਕ ਇੱਥੇ ਕਿਆਰੀਆਂ ਮੇਰੇ ਨਾਲ ਗੁੱਡਦਾ ਰਿਹਾ, ਜੇ ਤੂੰ ਏਦਾਂ ਨਾ ਕਰਦਾ ਤੂੰ ਚਲਾ ਜਾਣਾ ਸੀ, ਤੂੰ ਵਾਪਸ ਮੁੜ ਜਾਣਾ ਸੀ। Then that man would have attacked you. ਤਾਂ ਉਸ ਆਦਮੀ ਨੇ ਤੇਰੇ ਉੱਪਰ ਹਮਲਾ ਕਰ ਦੇਣਾ ਸੀ। Then you would have wished you had stayed here with me. ਤੇ ਜੇ ਹਮਲੇ ਦੇ ਵਿੱਚ ਤੂੰ ਬਚ ਜਾਂਦਾ ਫਿਰ ਤੂੰ ਇਹੀ ਸੋਚਦਾ ਨਾ ਕਿ ਕਾਸ਼ ਮੈਂ ਉੱਥੇ ਸੰਨਿਆਸੀ ਕੋਲ ਹੀ ਰੁਕ ਜਾਂਦਾ। So the most important time was when you were helping me and digging the beds for me. ਇਸ ਲਈ most important time ਉਹ ਸੀ ਜਦੋਂ ਤੂੰ ਮੇਰੀ ਹੈਲਪ ਕਰ ਰਿਹਾ ਸੀ ਤੇ ਮੇਰੇ ਨਾਲ ਇੱਥੇ ਕਿਆਰੀਆਂ ਨੂੰ ਗੁੱਡ ਰਿਹਾ ਸੀ। And I was the most important man at that time. ਤੇ ਉਸ ਵਕਤ ਮੈਂ ਹੀ ਤੇਰੇ ਲਈ ਸਭ ਤੋਂ ਇੰਪੋਰਟੈਂਟ ਆਦਮੀ ਸੀ। To do me good was the most important business. ਤੇ ਮੇਰੀ ਹੈਲਪ ਕਰਨਾ, ਮੇਰੇ ਲਈ ਕੁਝ ਚੰਗਾ ਕਰਨਾ, ਤੇਰੇ ਮਨ 'ਚ ਆਇਆ ਕਿ ਬੁੱਢੇ ਆਦਮੀ ਦੀ ਹੈਲਪ ਕਰਾਂ, ਉਹੀ ਉਸ ਵਕਤ ਦਾ ਸਭ ਤੋਂ ਇੰਪੋਰਟੈਂਟ ਕੰਮ ਸੀ। Later, ਉਸ ਤੋਂ ਬਾਅਦ, when that man came running to us, the most important time was when you were nursing him. ਜਦੋਂ ਉਹ ਜ਼ਖਮੀ ਆਦਮੀ ਆਪਣੇ ਵੱਲ ਨੂੰ ਭੱਜਦਾ ਹੋਇਆ ਆਇਆ, the most important time ਉਹ ਸੀ, ਸਭ ਤੋਂ ਵਧੀਆ ਟਾਈਮ ਉਹ ਸੀ ਜਿਸ ਵਕਤ ਤੂੰ ਉਹਦੀ ਦੇਖਭਾਲ ਕਰ ਰਿਹਾ ਸੀ, ਜਿਸ ਵਕਤ ਤੂੰ ਉਹਨੂੰ ਨਰਸ ਕਰ ਰਿਹਾ ਸੀ, ਉਹਦੀ ਸੇਵਾ ਕਰ ਰਿਹਾ ਸੀ। If you had not dressed his wounds, he would have died. ਜੇ ਤੂੰ ਉਹਦੇ ਜ਼ਖਮਾਂ ਦੇ ਉੱਪਰ ਪੱਟੀ ਨਾ ਕਰਦਾ, ਉਹ ਮਰ ਜਾਂਦਾ। You could not have won him as a friend. ਉਹਨੂੰ ਤੂੰ ਆਪਣਾ ਦੋਸਤ ਬਣਾ ਕੇ ਜਿੱਤ ਨਹੀਂ ਸੀ ਸਕਦਾ। So he was the most important person at that time. ਇਸ ਲਈ ਜਦ ਤੂੰ ਉਹਦੀ ਹੈਲਪ ਕਰ ਰਿਹਾ ਸੀ ਤਾਂ ਤੇਰੇ ਲਈ ਉਹੀ ਬਹੁਤ ਇੰਪੋਰਟੈਂਟ ਸੀ, ਕਿਉਂਕਿ ਜੇ ਤੂੰ ਉਹਦੀ ਜਾਨ ਬਚਾਈ ਹੈ ਤਾਂ ਹੀ ਤੈਨੂੰ ਪਤਾ ਲੱਗਿਆ ਕਿ ਤੇਰਾ ਇੱਕ ਦੁਸ਼ਮਣ ਘੱਟ ਹੋ ਗਿਆ ਹੈਗਾ। What you did for him was the most important business. ਤੇ ਜੋ ਤੂੰ ਉਹਦੇ ਲਈ ਕੀਤਾ, ਤੂੰ ਉਹਦੀ ਜਾਨ ਬਚਾਈ, ਇਹੀ ਉਸ ਵਕਤ ਦਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਕੰਮ ਸੀ। Remember that. ਇਸ ਲਈ ਕਹਿੰਦਾ ਯਾਦ ਰੱਖੋ, there is only one time that is important.
ਇੱਕੋ ਹੀ ਸਮਾਂ ਹੁੰਦਾ ਜਿਹੜਾ ਇੰਪੋਰਟੈਂਟ ਹੁੰਦਾ, that time is now, ਤੇ ਉਹ ਟਾਈਮ ਹੈ ਹੁਣ। ਹੁਣ ਦਾ ਮਤਲਬ ਕੀ ਹੈ ਬੇਟਾ? present, the most important time, because it is only now when we have any power to act। ਇਹਨੂੰ ਮੋਸਟ ਇੰਪੋਰਟੈਂਟ ਟਾਈਮ ਇਸ ਲਈ ਵੀ ਕਿਹਾ ਜਾਂਦਾ ਹੈ ਕਿਉਂਕਿ ਨਾਓ ਦੇ ਵਿੱਚ, ਪ੍ਰੈਜ਼ੈਂਟ ਦੇ ਵਿੱਚ ਹੀ ਸਾਡੇ ਹੱਥ ਦੇ ਵਿੱਚ ਤਾਕਤ ਹੁੰਦੀ ਹੈ ਕਿ ਅਸੀਂ ਕੁਝ ਕਰ ਸਕੀਏ। ਦੇਖੋ ਬੇਟਾ, ਫਿਊਚਰ ਹੈ, ਹਾਲੇ ਉਹ ਆਉਣ ਵਾਲਾ ਹੈਗਾ, ਸਾਨੂੰ ਨਹੀਂ ਪਤਾ ਕਿਦਾਂ ਦਾ ਆਏਗਾ, ਵੀ ਕਾਂਟ ਡੂ ਐਨੀਥਿੰਗ ਫॉर द ਫਿਊਚਰ। ਪਾਸਟ ਲੰਘ ਚੁੱਕਿਆ ਹੈਗਾ, ਜੋ ਉਦੋਂ ਹੋ ਚੁੱਕਿਆ ਹੈਗਾ ਉਹਨੂੰ ਆਪਾਂ ਸਹੀ ਨਹੀਂ ਕਰ ਸਕਦੇ। ਸੋ ਇੰਪੋਰਟੈਂਟ ਕੀ ਹੈ? ਇੰਪੋਰਟੈਂਟ ਇਜ਼ ਪ੍ਰੈਜ਼ੈਂਟ। ਪ੍ਰੈਜ਼ੈਂਟ ਇੰਪੋਰਟੈਂਟ ਹੈ ਜਿਹਦੇ ਵਿੱਚ ਅਸੀਂ ਸਾਰਾ ਕੁਝ ਕਰ ਸਕਦੇ ਹਾਂ। The most important person is one with whom you are at a particular moment। most important person ਉਹ ਹੁੰਦਾ ਜਿਹਦੇ ਨਾਲ ਤੁਸੀਂ ਇੱਕ ਸਮੇਂ ਦੇ ਉੱਪਰ ਹੁੰਨੇ ਹੋ। ਜੋ ਪਰਸਨ ਤੁਹਾਡੇ ਨਾਲ ਹੈ ਉਹੀ ਤੁਹਾਡੇ ਲਈ ਇੰਪੋਰਟੈਂਟ ਹੈ। You never know what will happen in the future। ਭਵਿੱਖ ਦੇ ਵਿੱਚ ਕੀ ਹੋਏਗਾ ਇਹ ਤੁਹਾਨੂੰ ਕਦੇ ਨਹੀਂ ਪਤਾ। You do not know whether you will ever meet that man again or not। ਤੁਹਾਨੂੰ ਇਹ ਵੀ ਨਹੀਂ ਪਤਾ ਕਿ ਉਹ ਇਨਸਾਨ ਤੁਹਾਨੂੰ ਜ਼ਿੰਦਗੀ 'ਚ ਦੁਬਾਰਾ ਮਿਲੇਗਾ ਜਾਂ ਨਹੀਂ ਮਿਲੇਗਾ। Thus the most important business is to do that person good। ਇਸ ਲਈ most important ਕੰਮ ਕੀ ਹੈਗਾ ਕਿ ਉਸ ਪਰਸਨ, ਜੋ ਪਰਸਨ ਪ੍ਰੈਜ਼ੈਂਟਲੀ ਤੁਹਾਡੇ ਨਾਲ ਹੈ ਉਹਦੇ ਲਈ ਕੁਝ ਅੱਛਾ ਕਰਨਾ। ਤਾਂ ਕਿੰਨੇ ਗੱਲਾਂ ਕੰਪਲੀਟ ਹੋ ਗਈਆਂ ਬੇਟੀ? ਰਾਈਟ ਟਾਈਮ ਕਿਹੜਾ ਹੈ? ਪ੍ਰੈਜ਼ੈਂਟ। ਰਾਈਟ ਪਰਸਨ ਕੌਣ ਹੈਗਾ? ਜੋ ਪਰਸਨ ਪ੍ਰੈਜ਼ੈਂਟ ਦੇ ਵਿੱਚ ਤੁਹਾਡੇ ਨਾਲ ਹੈ। ਤੇ ਰਾਈਟ ਜਿਹੜਾ ਬਿਜ਼ਨਸ ਹੈ ਉਹ ਹੈ ਉਸ ਆਦਮੀ ਦੇ ਲਈ ਕੁਝ ਚੰਗਾ ਕਰਨਾ। And for this purpose alone was man sent into this world। ਤੇ ਇਸੇ ਕੰਮ ਦੇ ਲਈ ਪਰਮਾਤਮਾ ਨੇ ਮਨੁੱਖ ਨੂੰ ਇਸ ਧਰਤੀ ਦੇ ਉੱਪਰ, ਇਸ ਦੁਨੀਆ ਦੇ ਉੱਪਰ ਭੇਜਿਆ ਹੈ। ਤਾਂ ਇਹ ਸੀ ਬੇਟੇ ਉਹਦੇ ਸਵਾਲਾਂ ਦੇ ਉੱਤਰ। ਸੋ ਰਾਈਟ ਟਾਈਮ ਇਜ਼ ਪ੍ਰੈਜ਼ੈਂਟ, right person is the man who is presently with you, and right business, right task is to do good to that person। So this was all about the chapter। Now here are some textual questions bete। Go through all these questions and try to get the answers। You will easily find all the answers। What were the king's three questions? Three questions kine raje the? So like this, right? Do all these questions and it will be over with the chapter। Thank you।